ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਜੋ ਕਿਸਾਨ ਅੰਦੋਲਨ ਚੱਲ ਰਿਹਾ, ਸਾਨੂੰ ਘਰ ਬੈਠੇ ਹੀ ਸਾਰੀਆਂ ਸਵਾਣੀਆਂ ਨੂੰ, ਭੈਣਾਂ ਨੂੰ, ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇਣਾ ਚਾਹੀਦਾ। ਵੀਡੀਓ ਰਾਹੀਂ, ਵਟਸਐਪ ਰਾਹੀਂ, ਜਿੱਦਾਂ ਮਰਜ਼ੀ ਕਰਕੇ ਇਸ ਅੰਦੋਲਨ ਦਾ ਹਿੱਸਾ ਬਣੋ। ਕੋਈ ਟਾਈਮ ਸੀ ਕਿ ਅੰਗਰੇਜ਼ਾਂ ਨੇ ਭਾਰਤ ਉੱਤੇ ਰਾਜ ਕੀਤਾ। ਜੋ ਅੱਜ ਹਾਲਾਤ ਨੇ ਉਸ ਸਮੇਂ ਨਾਲੋਂ ਵੀ ਬੱਤਰ ਲੱਗਦੇ ਨੇ, ਕਿਉਂਕਿ ਇਸ ਸਮੇਂ ਸਾਡੇ ਆਪਣੇ ਹੀ ਰਾਜੇ ਨੇ ਤੇ ਆਪਣੀ ਹੀ ਪ੍ਰਜਾ ਉੱਤੇ ਅਤਿਆਚਾਰ ਕਰ ਰਹੇ ਨੇ। ਜਿਵੇਂ ਕਹਿੰਦੇ ਨੇ, ਬਾੜ ਹੀ ਖੇਤ ਨੂੰ ਖਾਈ ਜਾਵੇ। ਐਸੀ ਬਾੜ ਦਾ ਕੀ ਫਾਇਦਾ ਜਿਹੜੀ ਖੇਤ ਨੂੰ ਆਪ ਹੀ ਖਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦਾ ਮਤਲਬ ਹੈ ਕਿ ਉਹ ਪਰਮਾਤਮਾ ਹਰ ਸਹੀ ਔਰ ਸੱਚਾਈ 'ਤੇ ਚੱਲਣ ਵਾਲਾ ਹਰ ਕੰਮ ਨੂੰ ਉਹ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ, ਫਤਿਹ ਹੁੰਦਾ ਉਹ ਕਾਰਜ, ਤਾਂ ਫਤਿਹ ਬੁਲਾਈ ਜਾਂਦੀ ਆ। ਹੁਣ ਗੱਲ ਇਹ ਹੁੰਦੀ ਆ ਕਿ ਅੰਦੋਲਨ ਹੈ ਬਿੱਲਾਂ ਦਾ ਵਿਰੋਧ, ਜਿਹਦੇ ਵਿੱਚ ਕਿਸਾਨੀ ਵਿਰੋਧੀ ਕੁਝ ਬਿੱਲ ਪਾਸ ਕੀਤੇ ਗਏ ਨੇ, ਜਿਨ੍ਹਾਂ ਨੂੰ ਕਾਲੇ ਕਾਨੂੰਨ ਦਾ ਨਾਮ ਵੀ ਦਿੱਤਾ ਗਿਆ। ਉਹ ਸਰਕਾਰ ਵਾਪਸ ਲੈ ਲਏ। ਆਪਣੀ ਹੀ ਸਰਕਾਰ ਆਪਣੇ ਹੀ ਦੇਸ਼ ਦੇ ਕਿਸਾਨਾਂ ਨਾਲ ਇੱਦਾਂ ਕਿੱਦਾਂ ਕਰ ਸਕਦੀ ਆ? ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੀ ਮਾਂ ਉਹਨਾਂ ਤੋਂ ਕਿੱਦਾਂ ਲੈ ਸਕਦੀ ਆ? ਜਿਹੜੇ ਬੱਚੇ ਨੇ, ਜਿਸ ਨੇ ਕੁਛ ਬਣਾਇਆ ਹੀ ਨਹੀਂ ਆਪਣੇ ਘਰ ਦਾ, ਤੇ ਉਹਨੂੰ ਆਪਣੇ ਘਰ ਦੀ ਚੀਜ਼ ਵੇਚਣ ਲੱਗਿਆ ਕੋਈ ਦੁੱਖ ਨਹੀਂ ਹੋਣਾ, ਕੋਈ ਅਹਿਸਾਸ ਨਹੀਂ ਹੋਣਾ, ਉਹਨੇ ਚੱਕ ਕੇ ਵੇਚੀ ਜਾਣਾ। ਜਿਸ ਨੇ ਬਣਾਇਆ, ਜਿਹਨੇ ਮਿਹਨਤ ਕੀਤੀ ਆ, ਉਸ ਨੂੰ ਪਤਾ ਕਿ ਚੀਜ਼ ਕਿੱਦਾਂ ਬਣਦੀ ਆ। ਕੁਝ ਪੂੰਜੀਪਤੀਆਂ ਦੇ ਇਸ਼ਾਰੇ 'ਤੇ ਸਰਕਾਰ ਚੱਲ ਰਹੀ ਹੈ, ਸਾਰਿਆਂ ਨੂੰ ਪਤਾ। ਜੇ ਖੇਤ ਵਿੱਚ ਅੰਨ ਹੀ ਨਹੀਂ ਉੱਗੇਗਾ, ਅੰਨਦਾਤਾ ਕਹਾਉਣ ਵਾਲਾ ਕਿਸਾਨ ਆਪਣੀ ਜ਼ਮੀਨ 'ਤੇ ਹਲ ਵਾਹੁਣ ਦਾ ਹੱਕ ਹੀ ਨਹੀਂ ਰੱਖੇਗਾ, ਜਾਂ ਸਰਕਾਰ ਦੇ ਅਕੋਰਡਿੰਗ ਜੋ ਆਰਡਰ ਕਰੇਗੀ ਉਹਦੇ ਅਨੁਸਾਰ, ਉਹਦੇ ਅਧੀਨ ਹੋ ਕੇ ਉਹੀ ਫਸਲ ਬੀਜੇਗਾ, ਉਹੀ ਕੰਮ ਕਰੇਗਾ, ਤਾਂ ਉਹ ਸਰਕਾਰ ਆਪਣੀ ਮਰਜ਼ੀ ਦੇ ਨਾਲ ਜੋ ਵੀ ਉਹਨੂੰ ਭੱਤਾ ਜਾਂ ਕੁਛ ਵੀ ਮਜ਼ਦੂਰੀ ਦੇਗੀ। ਕੀ ਗੱਲ, ਉਹ ਆਪਣੀ ਜ਼ਮੀਨ ਦਾ ਰਾਜਾ ਹੋ ਕੇ ਮਜ਼ਦੂਰੀ ਕਰੇਗਾ? ਇਹ ਕਿੱਦਾਂ ਹੋ ਸਕਦਾ? ਬਿਲਕੁਲ ਵੀ ਨਹੀਂ। ਇੱਕ ਘਰ ਦਾ ਮਾਲਕ ਹੋ ਕੇ ਆਪਣੇ ਘਰ ਵਿੱਚ ਹੀ ਨੌਕਰਾਂ ਵਾਲੀ ਹਾਲਤ ਕਿੱਦਾਂ ਕਬੂਲ ਕਰ ਲੇਗਾ? ਇਹ ਤਾਂ ਉਹ ਕੰਮ ਹੋ ਗਿਆ ਕਿ ਝਾੜੀਆਂ 'ਚੋਂ ਨਿਕਲੇ ਕੰਡਿਆਂ 'ਚ ਫਸੇ। ਅੰਗਰੇਜ਼ ਤਾਂ ਚਲੇ ਗਏ, ਪਰ ਉਹ ਇੰਨਾ ਵੀ ਬੁਰਾ ਨਹੀਂ ਕਰਦੇ। ਜੇ ਉਹ ਰਾਜ ਕਰ ਵੀ ਜਾਂਦੇ, ਅੱਜ ਕੋਈ ਨਾ ਕੋਈ ਸਿਸਟਮ ਹੋਣਾ ਸੀ ਸਾਡੇ ਦੇਸ਼ ਵਿੱਚ, ਲੇਕਿਨ ਸਿਸਟਮ ਦਾ ਨਾਮ ਲੈ ਕੇ ਇਹ ਸਾਨੂੰ ਹੀ ਮੂਰਖ ਬਣਾਈ ਜਾਂਦੇ ਨੇ, ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਹਰੀ ਕ੍ਰਾਂਤੀ ਆਈ, ਕੀ ਲੈ ਕੇ ਆਈ? ਕੀ ਫਾਇਦਾ ਹੋਇਆ? ਕੋਈ ਫਾਇਦਾ ਹੋਇਆ? ਪੜ੍ਹਿਆ ਸੀ, ਜਦ ਪੜ੍ਹਦੇ ਸੀ, ਸਟੂਡੈਂਟ ਸੀ, ਹਰੀ ਕ੍ਰਾਂਤੀ ਆਊਗੀ, ਇੰਨਾ ਫਾਇਦਾ ਹੋਊਗਾ, ਉਹ ਫਾਇਦਾ ਹੋਊਗਾ, ਕੋਈ ਫਾਇਦਾ ਅੱਜ ਤੱਕ ਨਜ਼ਰ ਨਹੀਂ ਆਇਆ। ਫਿਰ ਜੀ GST ਆ ਗਈ, ਬਾਹਰ ਘੁੰਮੇ, ਆਪਣੇ ਬਾਹਰਲੇ ਕਾਨੂੰਨ ਇੱਧਰ ਲਾਗੂ ਹੋਣਗੇ। ਤੁਸੀਂ ਇਹ ਦੱਸੋ, ਇੱਕਦਮ ਕੋਈ ਵੀ ਕਾਨੂੰਨ ਲਾਗੂ ਹੋ ਕੇ ਕਿੱਦਾਂ ਉੱਥੇ ਸਹੀ ਹੋ ਸਕਦਾ ਇੱਕਦਮ ਸਿਸਟਮ? ਇਹ ਭਾਰਤ ਹੈ, ਫੋਰਨ ਕੰਟਰੀ ਨਹੀਂ, ਇੱਥੇ ਟਾਈਮ ਲੱਗਦਾ। ਆਪਣੀ ਸਥਿਤੀ ਤਾਂ ਦੇਸ਼ ਦੀ ਦੇਖੋ। GST, ਨੋਟਬੰਦੀ ਦੇਸ਼ ਨੂੰ ਕਿੱਥੋਂ ਤੇ ਕਿੱਥੇ ਲਿਆ ਕੇ ਸੁੱਟਤਾ। ਲੋਕਾਂ ਨੂੰ ਰੋਟੀ ਦੇ ਲਾਲੇ ਪੈ ਗਏ। ਹੁਣ ਕਿਸਾਨੀ ਦਾ ਬਵਾਲ ਮਚਾਤਾ, ਦੇਸ਼ ਨੂੰ ਕੰਗਾਲ ਕਰਕੇ ਰੱਖਤਾ। ਆਉਣ ਵਾਲਾ ਫਿਊਚਰ ਕੀ ਆ? ਸਾਡੇ ਬੱਚਿਆਂ ਦਾ ਕੀ ਹੈ? ਸਾਡੇ ਬੱਚੇ ਪੜ੍ਹ ਲਿਖ ਕੇ ਬਾਹਰ ਨੂੰ ਕਿਉਂ ਜਾਂਦੇ ਨੇ? ਕਿਉਂਕਿ ਇੱਥੇ
ਲੜਾਈ ਝਗੜਿਆਂ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਆਪਣੇ ਹੱਕਾਂ ਲਈ ਲੜਦੇ ਰਹੋ, ਮਰਦੇ ਰਹੋ, ਜ਼ਿੰਦਗੀ ਇੱਦਾਂ ਹੀ ਨਿਕਲ ਜਾਂਦੀ ਆ। ਹੁਣ ਜਿਹੜੀਆਂ ਮਾਵਾਂ ਦਾ ਇੱਕ ਇੱਕ ਇਕੱਲਾ ਇਕੱਲਾ ਪੁੱਤ ਆ, ਉਹ ਪੜ੍ਹਨ ਲਈ ਪਹਿਲਾਂ ਤਾਂ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਆ, ਫਿਰ ਉੱਥੇ ਜਾ ਕੇ ਮਜ਼ਦੂਰੀਆਂ ਕਰਦੇ ਆ, ਉੱਥੇ ਸੈੱਟ ਹੋਣ ਲਈ ਉਹ ਸਾਰੀ ਮਿਹਨਤ ਕਰਦੇ ਆ। ਕੋਈ ਸੌਖੀਆਂ ਗੱਲਾਂ ਨਹੀਂ ਪਈਆਂ ਹੈਗੀਆਂ। ਫਿਰ ਬੁੱਢੀਆਂ ਅੱਖਾਂ, ਬੁੱਢੀਆਂ ਮਾਵਾਂ ਆਪਣੇ ਬੱਚਿਆਂ ਨੂੰ ਉਡੀਕਦੀਆਂ ਨੇ, ਉਡੀਕਦੀਆਂ ਮਰ ਜਾਂਦੀਆਂ ਨੇ। ਅੱਜ ਸਾਰਿਆਂ ਨੂੰ ਸਾਨੂੰ ਹੰਭਲਾ ਮਾਰਨਾ ਪੈਣਾ, ਇਕਜੁੱਟ ਹੋਣਾ ਪੈਣਾ। ਇਹਨਾਂ ਬਿੱਲਾਂ ਦੀ ਇੱਕ ਖਾਸੀਅਤ ਆ, ਬਹੁਤ ਅੱਛੀ ਗੱਲ ਸਾਹਮਣੇ ਆਈ ਪਰਮਾਤਮਾ ਦੀ ਦਇਆ ਦੇ ਨਾਲ, ਕਿ ਜਿਹੜੇ ਧਰਮ ਦੇ ਨਾਂ 'ਤੇ ਸਭ ਨੂੰ ਅੱਡੋ ਪਾਟੀ ਕੀਤਾ ਜਾਂਦਾ ਸੀ, ਅੱਜ ਉਹ ਇੱਕ ਹੀ ਝੰਡੇ ਥੱਲੇ, ਇੱਕ ਹੀ ਏਜੰਡੇ ਥੱਲੇ ਇੱਕ ਨੇ। ਅੱਜ ਸਾਰੇ ਮੁਸਲਿਮ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਭਰਾ ਭਰਾ ਇਸ ਅੰਦੋਲਨ ਨੇ ਇਕੱਠੇ ਕਰਤੇ, ਕਿਉਂਕਿ ਰੋਟੀ ਤਾਂ ਸਾਰੇ ਹੀ ਖਾਂਦੇ ਨੇ। ਉਹ ਕੋਈ ਵੀ ਕਿਸਮ ਦੇ ਵਰਗ ਦਾ ਬੰਦਾ ਹੈ ਜਿਹੜਾ ਅੱਜ ਇਸ ਅੰਦੋਲਨ ਦਾ ਹਿੱਸਾ ਬਣਿਆ ਹੈ, ਉਸ ਲਈ ਸ਼ਾਬਾਸ਼ ਹੈ, ਬਣਨਾ ਚਾਹੀਦਾ ਹੈ। ਹਾਂ, ਕੁਛ ਇਹ ਵੀ ਹੋ ਸਕਦਾ ਕਿ ਇਸ ਅੰਦੋਲਨ ਨੂੰ ਖਰਾਬ ਕਰਨ ਲਈ, ਤੋੜਨ ਲਈ ਕੁਛ ਸ਼ਰਾਰਤੀ ਅੰਸਰ ਰੁਪਈਏ ਦੇ ਕਿਸੇ ਦੂਸਰੇ ਪਹਿਲੂ ਦਾ, ਪਰਦੇ ਦੇ ਪਿੱਛੇ ਦਾ ਹਿੱਸਾ ਵੀ ਹੋ ਸਕਦੇ ਨੇ। ਹੁਣ ਕਹਿਣ ਨੂੰ ਤਾਂ ਪਾਕਿਸਤਾਨ, ਪਾਕ ਦਾ ਮਤਲਬ ਪਵਿੱਤਰ, ਕੀ ਉੱਥੇ ਸਾਰੇ ਪਵਿੱਤਰ ਨੇ, ਪਵਿੱਤਰ ਸੋਚ ਰੱਖਦੇ ਨੇ? ਕਹਿਣ ਨੂੰ ਕਹਿੰਦੇ ਜੀ ਖਾਲਿਸਤਾਨ ਦੀ, ਖਾਲਸੇ ਦਾ ਰੂਪ ਦੇਖ ਕੇ ਤਾਂ ਇਹ ਗੱਲ ਉਡਾਈ ਜਾਂਦੀ ਆ ਕਿ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ। ਹਿੰਦੁਸਤਾਨ ਹੀ ਖਾਲਿਸਤਾਨ ਹੈ, ਖਾਲਿਸਤਾਨ ਹੀ ਹਿੰਦੁਸਤਾਨ। ਵਟ ਇਜ਼ ਦ ਮੀਨ ਆਫ ਖਾਲਿਸਤਾਨ? ਖਾਲਿਸਤਾਨ ਇਜ਼ ਰੀਅਲ, ਖਾਲਿਸਤਾਨ ਇਜ਼ ਸੱਚ, ਖਾਲਿਸਤਾਨ ਇਜ਼ ਅਸਲ, ਪਿਓਰ ਸ਼ੁੱਧਤਾ, ਜਿਹੜੀ ਕਿ ਦੂਈ ਦੀ ਮੈਲ ਨੂੰ ਖਤਮ ਕਰਦੀ ਆ। ਸਾਡੇ ਗੁਰੂ ਸਾਹਿਬਾਨ ਨੇ ਜਦ ਅਬਦਾਲੀ ਉਹਨਾਂ ਦੇ ਹਮਲੇ ਹੋਏ, ਔਰੰਗਜ਼ੇਬ ਦੇ ਹਮਲੇ ਹੋਏ, ਹਿੰਦ ਦੀ ਚਾਦਰ ਕਹਾਉਣ ਵਾਲੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸ਼ੀਸ਼ ਵਾਰਤਾ। ਅਤੇ ਆਪਾਂ ਸਾਰੇ ਇੱਕ ਹਾਂ। ਇਹ ਜਾਤਾਂ ਪਾਤਾਂ ਤਾਂ ਇਹ ਸਰਕਾਰਾਂ ਦੀਆਂ ਖੇਡ ਨੀਤੀਆਂ ਨੇ ਬਣਾਈਆਂ ਹੋਈਆਂ, ਤਾਂ ਜੋ ਅਸੀਂ ਆਪਸ ਵਿੱਚ ਹੀ ਲੜਦੇ ਰਹੀਏ, ਸਾਨੂੰ ਬੇਵਕੂਫ ਬਣਾਉਂਦੇ ਰਹਿਣ ਅਤੇ ਆਪਣੇ ਜਿਹੜੇ ਉੱਲੂ ਸਿੱਧੇ ਕਰਦੇ ਰਹਿਣ। 2014 ਵਿੱਚ ਲਗਾਤਾਰ ਬਾਰਿਸ਼ ਹੋਈ ਸੀ 7 ਦਿਨ, ਅਤੇ ਮਨ ਬੜਾ ਭਾਵੁਕ ਹੋ ਗਿਆ ਸੀ ਮੇਰਾ। ਅਪ੍ਰੈਲ ਦੀ ਗੱਲ ਆ, ਵਿਚਾਰ ਵਿੱਚ ਪਰਮਾਤਮਾ ਦੀ ਦਇਆ ਨਾਲ ਕਿਸਾਨ ਆਇਆ ਕਿ ਇੱਕ ਫਸਲ ਨੂੰ ਬੱਚਿਆਂ ਦੀ ਤਰ੍ਹਾਂ ਕਿਸਾਨ ਪਾਲਦਾ, ਅਤੇ ਮੌਸਮ ਦਾ ਕੁਛ ਪਤਾ ਨਹੀਂ। ਅਪ੍ਰੈਲ ਵਿੱਚ ਜਿਸ ਤਰ੍ਹਾਂ ਕਿ ਪ੍ਰੀਖਿਆ ਲੈਣ ਲਈ ਹੀ ਬਾਰਿਸ਼ ਨੇ ਆਉਣਾ ਹੁੰਦਾ, ਬੱਦਲਾਂ ਨੇ ਆਉਣਾ ਹੁੰਦਾ, ਉਦੋਂ ਬੜਾ ਮਨ ਭਾਵੁਕ ਹੋਇਆ ਸੀ। ਅਰਦਾਸ ਕੀਤੀ ਸੀ, ਹੇ ਪ੍ਰਮਾਤਮਾ ਕੁਛ ਦਇਆ ਰਹਿਮ ਕਰ, ਕਿ ਹੇ ਰੱਬਾ ਕਿਉਂ ਮੋੜੇ ਧਾਰ ਵਰਸ਼ਾ ਬਰਸਾਏ, ਹੇ ਰੱਬਾ ਕਿਉਂ ਮੋੜੇ ਧਾਰ ਵਰਸ਼ਾ ਬਰਸਾਏ, ਤੈਨੂੰ ਕਿਉਂ ਨਾ ਕਿਸਾਨ 'ਤੇ ਰੱਤਾ ਤਰਸ ਆਏ, ਤੈਨੂੰ ਕਿਉਂ ਨਾ ਕਿਸਾਨ 'ਤੇ ਰੱਤਾ ਤਰਸ ਆਏ। ਆਪਣੀਆਂ ਧੀਆਂ ਪੁੱਤਾਂ ਵਾਂਗੂ ਪਾੜੀ ਇਸ ਫਸਲ ਨੂੰ ਮੈਂ ਜਦ ਦੇਖਦਾ, ਮਨ ਉਸਨੂੰ ਬੜੇ ਹੁੰਦਿਆਂ ਦੇਖਦਾ। ਜਦ ਉਹ ਪੱਕ ਜਾਂਦੀ ਆ, ਪਤਾ ਨਹੀਂ ਕਿਹਦੀ ਨਜ਼ਰ ਲੱਗ ਜਾਂਦੀ ਆ। ਜਦ ਉਹ ਪੱਕ ਜਾਂਦੀ ਆ, ਪਤਾ ਨਹੀਂ ਕਿਹਦੀ ਬੁਰੀ ਨਜ਼ਰ ਲੱਗ ਜਾਂਦੀ ਆ। ਫਿਰ ਔਲਿਆਂ ਦੀ, ਕਦੇ ਹਨੇਰੀ ਦੀ, ਕਦੇ ਤੂਫਾਨ ਦੀ, ਕਦੇ ਬਾਰਿਸ਼ ਦੀ, ਗਿਰ ਗਿਰ ਆਉਂਦੀ ਆ ਬੁਛਾਰ ਵੇ, ਉਹ ਡਾਢਿਆ ਨਾ ਮੈਨੂੰ ਤੂੰ ਮਾਰ ਵੇ, ਕਿਉਂ ਵਰਸ਼ਾ ਬਰਸਾਉਣਾ ਮੋੜੇ ਧਾਰ ਵੇ। ਇਹ ਕੁਛ ਲਾਈਨਾਂ ਲਿਖੀਆਂ ਸੀ ਮੈਂ, ਅਤੇ ਅੱਜ ਵੀ ਕਿਸਾਨ ਵੀਰ
ਜੋ ਉਹਨਾਂ ਨਾਲ ਤਰਾਸਦੀਆਂ ਹੋ ਰਹੀਆਂ ਨੇ, ਉਹੀ ਅੰਨਦਾਤਾ, ਅੰਨ ਪੈਦਾ ਕਰਨ ਵਾਲਾ, ਉਹੀ ਖਵਾਉਣ ਵਾਲਾ, ਉਹੀ ਡੰਡੇ ਖਾਣ ਵਾਲਾ। ਬਹੁਤ ਅਨਿਆਏ ਹੋ ਰਿਹਾ। ਸੁਣ ਦਿੱਲੀਏ ਨੀ ਸੁਣ ਦਿੱਲੀਏ, ਸਿਰ ਖੂਨ ਦੀ ਪਿਆਸੀ ਬਿੱਲੀਏ। ਸੁਣ ਦਿੱਲੀਏ ਨੀ ਸੁਣ ਦਿੱਲੀਏ, ਸਿਰ ਖੂਨ ਦੀ ਪਿਆਸੀ ਬਿੱਲੀਏ। ਅੱਜ ਤੇਰੀ ਛਾਤੀ 'ਤੇ ਹਲ ਵਾਹੁਣ ਆ ਗਏ, ਅੱਜ ਤੇਰੀ ਛਾਤੀ 'ਤੇ ਹਲ ਵਾਹੁਣ ਆ ਗਏ। ਤੈਨੂੰ ਪਤਾ ਲੱਗੂ ਕਿਹਦੇ ਨਾਲ ਤੂੰ ਹੱਥ ਲਾ ਲਏ, ਤੈਨੂੰ ਪਤਾ ਲੱਗੂ ਕਿਹਦੇ ਨਾਲ ਤੂੰ ਹੱਥ ਲਾ ਲਏ। ਤੇਰੀਆਂ ਸਭ ਸਮਝਦੇ ਆ ਸਿਆਸੀ ਚਾਲਾਂ ਦਿੱਲੀਏ, ਤੇਰੀਆਂ ਸਭ ਸਮਝਦੇ ਆ ਸਿਆਸੀ ਚਾਲਾਂ ਦਿੱਲੀਏ। ਦਿੱਲੀਏ ਨੀ ਸੁਣ ਦਿੱਲੀਏ, ਸਿਰ ਖੂਨ ਦੀ ਪਿਆਸੀ ਦਿੱਲੀਏ, ਸਿਰ ਖੂਨ ਦੀ ਪਿਆਸੀ ਬਿੱਲੀਏ। ਦਿੱਲੀਏ ਨੀ ਸੁਣ ਦਿੱਲੀਏ। ਮੈਂ ਬਸ ਇੰਨੇ ਕੁ ਹੀ ਵਿਚਾਰ ਇਸ ਅੰਦੋਲਨ 'ਚ ਹਿੱਸਾ ਪਾ ਰਹੀ ਹਾਂ। ਅਗਰ ਮੇਰੀ ਕਿਸੇ ਗੱਲ ਜਾਂ ਵਿਚਾਰ ਤੋਂ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮਾफ़ੀ ਮੰਗਦੀ ਹਾਂ। ਜੇ ਕਿਸੇ ਨੂੰ ਚੰਗੀ ਲੱਗੀ ਮੇਰੀ ਵਿਚਾਰਧਾਰਾ ਤਾਂ ਇਹ ਵੀਡੀਓ ਅੱਗੇ ਜ਼ੋਰਦਾਰ ਜਲਦੀ ਤੋਂ ਜਲਦੀ ਸ਼ੇਅਰ ਕਰੋ, ਤਾਂ ਜੋ ਸਾਡੇ ਬੱਚਿਆਂ 'ਚ, ਸਾਡੀਆਂ ਭੈਣਾਂ ਵਿੱਚ ਸੱਚਾਈ ਦੇ ਪ੍ਰਤੀ ਜਜ਼ਬਾ ਪੈਦਾ ਹੋਵੇ। ਆਪਣੇ ਵਿਚਾਰਾਂ ਨੂੰ ਸਾਂਝਾ ਕਰਿਆ ਕਰੋ, ਸੱਚਾਈ ਦੇ ਨਾਲ ਖੜਿਆ ਕਰੋ। ਐਵੇਂ ਨਾ ਕਿਸੇ ਤੋਂ ਡਰਿਆ ਕਰੋ, ਐਵੇਂ ਨਾ ਕਿਸੇ ਤੋਂ ਡਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਜਵਾਨ, ਜੈ ਕਿਸਾਨ।